ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਸ਼੍ਰੀ ਚੰਦ ਜੀ ਜਦੋਂ 20 ਕੁ ਸਾਲਾਂ ਦੇ ਹੋ ਚੁੱਕੇ ਸਨ, ਉਦੋਂ ਚੰਗੇ ਗੱਭਰੂ ਦਿਸਦੇ ਸਨ। ਇਹਨਾਂ ਦਾ ਸਰੀਰ ਭਰਿਆ, ਕੱਦ ਦਰਮਿਆਨਾ ਸੀ। ਆਪਣੇ ਪਿਤਾ ਜੀ ਵਾਂਗੂ ਸਦਾ ਹਸਮੁਖ ਤੇ ਆਜ਼ਾਦੀ ਨਾਲ ਤੁਰਨਾ ਫਿਰਨਾ ਪਸੰਦ ਕਰਦੇ ਸਨ। ਆਪਣਾ ਨਵਾਂ ਜੀਵਨ ਜੀਣ ਦੀ ਜੋ ਪਿਤਾ ਜੀ ਪਾਸੋਂ ਜਾਚ ਸਿਖਾਏ ਸਨ, ਹੁਣ ਉਸ ਤੇ ਵਧੇਰੇ ਅਮਲ ਕਰਨਾ ਆਰੰਭ ਕਰ ਦਿੱਤਾ ਸੀ। ਬਾਬਾ ਸ਼੍ਰੀ ਚੰਦ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਸਨ, ਫਿਰ ਸਮਾਧੀ ਲਾ ਕੇ ਬੈਠਦੇ ਸਨ। ਦਿਨ ਚੜ੍ਹੇ, ਧਰਮਸ਼ਾਲਾ ਚਲੇ ਜਾਂਦੇ। ਅੱਗੇ ਲੋਕੀ ਉਡੀਕਦੇ ਹੁੰਦੇ ਤੇ ਇਹਨਾਂ ਦੇ ਵਿਚਾਰ ਸੁਣਦੇ। ਸਤਸੰਗ ਹੁੰਦਿਆਂ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਦੁੱਧ, ਦਹੀਂ, ਅੰਨ, ਗੁੜ ਤੇ ਕੱਪੜੇ ਦੇ ਚੜਾਵੇ ਚੜਾਉਂਦੇ ਸਨ, ਪਰ ਆਪ ਜੀ ਕੋਈ ਚੀਜ਼ ਘਰ ਨਾ ਲਿਜਾਉਂਦੇ ਤੇ ਉੱਥੇ ਹੀ ਕਈ ਦਿਨਾਂ ਦੀ ਜਿਨਸ ਦਾ ਭੰਡਾਰਾ ਕਰ ਦਿੰਦੇ ਸਨ। ਜੋ ਨੰਗਾ ਤੇ ਭੁੱਖਾ ਗਰੀਬ ਦੇਖਦੇ, ਉਸ ਨੂੰ ਖੱਦਰ ਵੀ ਵੰਡ ਦਿਆ ਕਰਦੇ। ਐਸੇ ਤਰ੍ਹਾਂ ਇਹਨਾਂ ਦੀ ਉਦਾਰਤਾ ਨੂੰ ਦੇਖ ਕਰਕੇ ਲੋਕੀ ਬਹੁਤ ਹੀ ਸ਼ਰਧਾਲੂ ਹੋਣ ਲੱਗ ਪਏ ਸਨ। ਧਰਮਸ਼ਾਲਾ ਵਿੱਚ ਦਿਨ ਬਦਿਨ ਬਾਬਾ ਜੀ ਦਾ ਸਤਸੰਗ ਵਧਣ ਲੱਗਾ। ਕਈ ਸਿਆਣੇ ਐਉਂ ਵੀ ਆਖਦੇ ਸਨ ਕਿ ਸੁਪੁੱਤਰ ਤਾਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਹਨ, ਜਿਨ੍ਹਾਂ ਨੇ ਨਿੱਕੀ ਉਮਰੇ ਹੀ ਪੰਡਤਾਂ ਤੇ ਨਮਾਜ਼ੀ ਮੌਲਵੀਆਂ ਨੂੰ ਵੀ ਗਿਆਨ ਕਰਾਇਆ ਸੀ। ਸੋ ਇਸ ਲਈ ਇਹਨਾਂ ਨੇ ਵੀ ਇਹੋ ਕੰਮ ਕਰਨਾ ਹੈ। ਹੋਰ ਨਾਨੇ ਦਾਦੇ ਵਾਂਗੂ ਲੋਕਾਂ ਦੀਆਂ ਪੈਲੀਆਂ ਤੇ ਨਹੀਂ ਮਾਪਣੀਆਂ ਕਿ ਕਿੰਨੀ ਕਿਸੇ ਦੀ ਵੱਧ ਗਈ ਜਾਂ ਨਾਲ ਲੱਗਦੇ ਦੀ ਘਟ ਗਈ। ਇਹਨਾਂ ਨੇ ਤਾਂ ਆਪਣੇ ਪਿਤਾ ਜੀ ਵਾਂਗੂ ਲੋਕਾਂ ਦੇ ਦਿਲ ਮਾਪਣੇ ਹਨ। ਇਹ ਦੱਸਣਾ ਹੈ ਕਿ ਮਨੁੱਖਾ ਜਨਮ ਪਾ ਕੇ ਪਰਮੇਸ਼ਰ ਦੇ ਨੇੜੇ ਕਿਸ ਤਰ੍ਹਾਂ ਹੋ ਸਕੀਦਾ ਹੈ ਤੇ ਦੂਰ ਕਿਵੇਂ ਸੁੱਟੀਦਾ ਹੈ। ਇਹ ਚਰਚਾ ਦੂਰ ਨੇੜੇ ਚੱਲਦੀ ਰਹਿੰਦੀ ਸੀ। ਇੱਕ ਦਿਨ ਧਰਮਸ਼ਾਲ ਵਿੱਚ ਸੰਗਤ ਜੁੜੀ ਬੈਠੀ ਸੀ। ਬਾਬਾ ਸ਼੍ਰੀ ਚੰਦ ਜੀ ਦਾ ਮਨੋਹਰ ਉਪਦੇਸ਼ ਹੋ ਰਿਹਾ ਸੀ ਤਾਂ ਬਿਸ਼ਨ ਦਾਸ ਪੰਡਤ, ਜੋ ਅੱਗੇ ਬਾਬਾ ਜੀ ਨੂੰ ਮਿਲਿਆ ਸੀ, ਅੱਜ ਫਿਰ ਅੱਗੇ ਆ ਕੇ ਸੁਣਨ ਲੱਗਾ। ਬਾਬਾ ਜੀ ਅੱਗੇ ਬਹੁਤ ਕੁਝ ਚੜ੍ਹਤ ਚੜਾਵਾ ਦੇਖ ਕੇ ਇਸ ਦਾ ਮਨ ਕੁਝ ਸੰਸੇ ਨਾਲ ਭਰਿਆ ਗਿਆ। ਵੇਦ ਪਾਠੀ, ਖੱਟ ਸ਼ਾਸਤਰੀ ਤੇ ਪੁਰਾਣਾਂ ਦਾ ਗਿਆਤਾ ਪੰਡਤ ਹਾਂ। ਇੰਨੀ ਪੂਜਾ ਤੇ ਮਾਣ ਸਤਿਕਾਰ ਕਦੀ ਨਹੀਂ ਹੋਇਆ ਜਿਤਨਾ ਇਹ ਨਵੀਂ ਉਮਰ ਦੇ ਬਾਬੇ ਦਾ ਹੈ। ਕੀ ਕਾਰਨ ਹੈ? ਬਾਬਾ ਸ਼੍ਰੀ ਚੰਦ ਜੀ ਨੇ ਇਸ ਦੀ ਕਲਪਨਾ ਨੂੰ ਜਾਣ ਲਿਆ ਤੇ ਫਰਮਾਇਆ, ਪੰਡਤ ਜੀ, ਆਪ ਜੀ ਨੇ ਵਿਦਿਆ ਦੀ ਸਾਰ ਵਸਤੂ ਜਪ ਤਪ ਨਾਲ ਪਿਆਰ ਨਹੀਂ ਕੀਤਾ। ਭਗਤੀ ਕਰਕੇ ਪ੍ਰਭਾਵ ਤੇ ਤਪ ਕਰਕੇ ਤੇਜ ਹੀ ਵੱਧਦਾ ਹੈ। ਇਹ ਕੁਦਰਤੀ ਗੱਲ ਹੈ। ਬਾਬਾ ਜੀ ਨੇ ਕਿਹਾ, ਵਿਦਿਆ ਉੱਤਮ ਚੀਜ਼ ਹੈ, ਜਿਤਨੀ ਪੜ੍ਹੀ ਜਾਵੇ ਥੋੜੀ ਹੈ। ਵਿਦਿਆ ਰਾਹੀਂ ਹੀ ਮਨੁੱਖ ਆਪਣੇ ਆਪ ਨੂੰ ਤੇ ਆਪਣੇ ਭਲੇ ਬੁਰੇ ਨੂੰ ਸਮਝ ਸਕਦਾ ਹੈ, ਪਰ ਬਹੁਤੀ ਵਿਦਿਆ ਨਾਲ ਅਭਿਮਾਨ ਜ਼ਰੂਰ ਵੱਧ ਜਾਂਦਾ ਹੈ, ਜੋ ਗਿਆਨ ਪ੍ਰਾਪਤੀ ਵਿੱਚ ਪ੍ਰਤੀਬੰਧਕ ਹੈ। ਇਹ ਤੁਸੀਂ ਆਪਣੇ ਆਪ ਵਿੱਚ ਝਾਤੀ ਮਾਰ ਕੇ ਦੇਖ ਸਕਦੇ ਹੋ। ਨਿਰ ਅਭਿਮਾਨੀ ਨੂੰ ਗਿਆਨ ਅਤੇ ਗਿਆਨ ਕਰਕੇ ਹੀ ਮੁਕਤੀ ਮਿਲ ਸਕਦੀ ਹੈ। ਇਸ ਦੀ ਪੁਸ਼ਟੀ ਵਿੱਚ ਬਾਬਾ ਜੀ ਨੇ ਇਹ ਵੀ ਆਖਿਆ ਕਿ ਨਿਰਮਲ ਤੇ ਕੋਮਲ ਪਾਣੀ ਨਿਵਾਣ ਨੂੰ ਜਾਂਦਾ ਹੈ ਤੇ ਸਾਰਿਆਂ ਦੇ ਮਨ ਨੂੰ ਪਾਉਂਦਾ ਹੈ ਤੇ ਉਹ ਸਾਰਿਆਂ ਦੀ ਜਿੰਦ ਜਾਨ ਹੈ। ਤਿਵੇਂ ਨਿਰਅਭਿਮਾਨ ਵਿਦਵਾਨ ਸਾਰਿਆਂ ਨੂੰ ਮਿੱਠਾ ਪਿਆਰਾ ਲੱਗਦਾ ਹੈ, ਆਪਣੇ ਸ਼ੁੱਧ ਸਰੂਪ ਵੱਲੋਂ ਵਧਿਆ ਜਾਂਦਾ ਹੈ ਤੇ ਆਪਣੇ ਸਰੀਰ ਦਾ ਜਾਂ ਕਿਸੇ ਹੋਰ ਦੂਜੇ ਅਭਿਮਾਨ ਵਿੱਚ ਫਸ ਕੇ ਅਟਕ ਨਹੀਂ ਜਾਂਦਾ। ਫਿਰ ਜਿਵੇਂ ਕੋਲੂ ਅੰਦਰ ਤੇਲ ਦਾ ਬੀਜ ਪੀੜਨ ਪਿੱਛੋਂ ਹੀ ਲੋਕਾਂ ਦੇ ਕੇਸਾਂ ਨੂੰ ਚਮਕਾਉਂਦਾ ਹੈ ਤੇ ਆਪਣੇ ਆਪ ਨੂੰ ਜਲਾ ਕੇ ਅੰਧੇਰੀ ਕੋਠੀਆਂ ਵਿੱਚ ਪ੍ਰਕਾਸ਼ ਕਰਦਾ ਹੈ, ਤਿਵੇਂ ਹੀ ਨਿਰ ਅਭਿਮਾਨ ਅਤੇ ਮਿੱਠਾ ਬੋਲਾ ਵਿਦਵਾਨ ਹੀ ਲੋਕਾਂ ਦੇ ਪਰਮ ਅੰਧੇਰੇ ਦੂਰ ਕਰਦਾ ਹੈ ਤੇ ਸਾਰਿਆਂ ਨੂੰ ਪਿਆਰਾ ਲੱਗਦਾ ਹੈ। ਲੋਕੀ ਉਸ ਤੋਂ ਤਨ ਮਨ ਧਨ ਵਾਰਨ ਵਿੱਚ ਫਰਕ ਨਹੀਂ ਕਰਦੇ। ਇਸ ਵਿਚਾਰ ਦੀ ਗੱਲ ਨੇ ਪੰਡਤ ਬਿਸ਼ਨ ਦਾਸ ਨੂੰ ਨਿਹਾਲ ਕਰ ਦਿੱਤਾ ਤੇ ਫਿਰ ਸ਼ਰਧਾ ਨਾਲ ਹੀ ਦੇਖਦਾ ਰਿਹਾ। ਬਾਬਾ ਜੀ ਦੇ ਉਕਤ ਵਿਚਾਰ ਨੂੰ ਇੱਕ ਫਕੀਰ ਸਾਈਂ ਵੀ ਸੁਣ ਰਿਹਾ ਸੀ। ਇਸ ਦਾ ਜੀ ਕਰ ਆਇਆ ਕਿ ਮੈਂ ਕੁਝ ਪੁੱਛ ਵਿਚਾਰ ਕਰਾਂ।
ਇਸ ਨੇ ਬੇਨਤੀ ਕੀਤੀ, ਮਹਾਰਾਜ ਜੀ ਦੱਸੋ ਮੈਂ ਫਕੀਰ ਨੂੰ ਸਦਾ ਸੁੱਖ ਕਿਵੇਂ ਮਿਲੇ। ਬਾਬਾ ਜੀ ਨੇ ਕਿਹਾ, ਕੁਟੰਬ ਦਾ ਤਿਆਗ ਕਰਕੇ ਵਿਰਕਤੀ ਦਾ ਜੀਵਨ ਬਿਤਾਓ। ਫਕੀਰ ਹੱਸ ਪਿਆ ਤੇ ਆਖਣ ਲੱਗਾ, ਉਹ ਤਾਂ ਅੱਗੇ ਹੀ ਤਿਆਗ ਕੇ ਆਜ਼ਾਦੀ ਦਾ ਜੀਵਨ ਬਿਤਾ ਰਿਹਾ ਹਾਂ, ਪਰ ਮਨ ਅਜੇ ਮੰਨਿਆ ਨਹੀਂ ਹੈ ਕਿ ਸੁਖੀ ਹਾਂ। ਬਾਬਾ ਜੀ ਨੇ ਕਿਹਾ, ਤੁਸੀਂ ਸਰੀਰ ਦਾ ਕੁਟੰਬ ਛੱਡਿਆ ਹੈ, ਮਨ ਦੇ ਸੰਬੰਧੀ ਨਹੀਂ ਛੱਡੇ ਜੋ ਇਸ ਤਰ੍ਹਾਂ ਦੇ ਹਨ। ਧਨ ਦੌਲਤ ਤੇ ਧਨ ਨਾਲ ਸੰਬੰਧ ਰੱਖਣ ਵਾਲੀਆਂ ਸਾਰੀਆਂ ਚੀਜ਼ਾਂ ਵਸਤਾਂ ਦੇ ਰੂਪ ਤੇ ਖੁਆਇਸ਼ਾਂ ਹੀ ਮਨ ਦਾ ਪਰਿਵਾਰ ਹੈ। ਮਮਤਾ ਮਾਤਾ ਹੈ, ਲੋਭ ਪਿਤਾ ਹੈ, ਆਪਣੇ ਸਰੀਰ ਨੂੰ ਪਾਲਣ ਪੋਸ਼ਣ ਦੀ ਖੁਆਇਸ਼ ਇਸਤਰੀ ਹੈ, ਔਰ ਮੂੰਹ ਨੱਕ ਕੰਨ ਅੱਖਾਂ ਇੰਦਰੀਆਂ ਦੇ ਭੋਗਾਂ ਲਈ ਉੱਤਮ ਉਪਰਾਲਾ ਇਹ ਮਨ ਦਾ ਸਕਾ ਭਾਈ ਹੈ। ਬੁਰੀ ਖੁਆਇਸ਼ ਬਣੀ ਰਹੇ ਇਹ ਲੜਕੀ ਹੈ। ਬੁਰੇ ਕੰਮ ਦੀਆਂ ਸੋਚਾਂ ਵਿਚਾਰਾਂ ਇਹ ਮਨ ਦੇ ਪੁੱਤਰ ਹਨ। ਬਾਬਾ ਜੀ ਨੇ ਪੁੱਛਿਆ ਕਿ ਇਹ ਮਨ ਦੇ ਸਾਰੇ ਪਰਿਵਾਰ ਦਾ ਤਿਆਗ ਕੀਤੇ ਬਿਨਾਂ ਸਦੀਵੀ ਸੁੱਖ ਨਹੀਂ ਹੋ ਸਕਦਾ ਤੇ ਨਾ ਹੀ ਸਰੀਰ ਦੇ ਪਰਿਵਾਰ ਦੇ ਤਿਆਗ ਨਾਲ ਸੁੱਖ ਹੈ। ਜੇਕਰ ਗ੍ਰਸਤੀ ਹੋਵੇ ਤਾਂ ਸਾਰੇ ਪਰਿਵਾਰ ਦੇ ਵਿੱਚ ਰਹੇ, ਤਦ ਵੀ ਮਨ ਦੇ ਪਰਿਵਾਰ ਨੂੰ ਥੋੜਾ ਕਰਨ ਵਿੱਚ ਸੁੱਖ ਹੈ, ਪਰ ਫਕੀਰ ਨੂੰ ਤਾਂ ਮਨ ਦਾ ਪਰਿਵਾਰ ਛੱਡੇ ਬਿਨਾਂ ਕਦੀ ਸੁੱਖ ਨਹੀਂ ਹੋ ਸਕਦਾ। ਇਹ ਵਿਚਾਰ ਸੁਣ ਕੇ ਫਕੀਰ ਬਹੁਤ ਖੁਸ਼ ਹੋਇਆ। ਫਿਰ ਕਈ ਵਾਰ ਆ ਕੇ ਸੰਗਤ ਕਰਦਾ ਰਿਹਾ। ਇੱਕ ਦਿਨ ਬਾਬਾ ਜੀ ਧਰਮਸ਼ਾਲ ਵਿੱਚ ਬੈਠਿਆਂ ਸਤਿਗੁਰੂ ਜੀ ਦੇ ਮੰਤਰ ਦੀ ਮੁਹਾਰਨੀ ਰਟਾ ਰਹੇ ਸਨ ਕਿ ਇੱਕ ਨੇ ਬੇਨਤੀ ਕੀਤੀ, ਬਾਬਾ ਜੀ ਅੱਜ ਵੀ ਕੋਈ ਉੱਤਮ ਵਿਚਾਰ ਭਰੀ ਸਾਖੀ ਸੁਣਾਓ। ਤਦ ਬਾਬਾ ਜੀ ਨੇ ਇਹ ਕਥਾ ਸੁਣਾਈ ਕਿ ਇੱਕ ਵਾਰ ਨਾਰਦ ਮੁਨੀ ਤੇ ਅੰਗਰਾ ਰਿਸ਼ੀ ਦੋਵੇਂ ਹੀ ਤੁਰਦੇ ਫਿਰਦੇ ਮੁਲਤਾਨ ਸ਼ਹਿਰ ਵਿੱਚ ਆਣ ਨਿਕਲੇ। ਇੱਥੇ ਇੱਕ ਬਾਣੀਏ ਦੀ ਹੱਟੀ ਦੇ ਸਾਹਮਣੇ ਬੈਠ ਗਏ। ਨਾਲ ਹੀ ਲੱਗਦੀ ਇੱਕ ਕਸਾਈ ਦੀ ਦੁਕਾਨ ਸੀ। ਉਹ ਅੱਜ ਦੇ ਦਿਨ ਦੇ ਕੱਟਣ ਲਈ ਮੰਡੀ ਵਿੱਚੋਂ ਇੱਕ ਬੱਕਰਾ ਖਰੀਦ ਕੇ ਲੈ ਕੇ ਆਇਆ ਸੀ। ਬੱਕਰਾ ਜ਼ੋਰਦਾਰ ਸੀ। ਛੁੱਟ ਕੇ ਬਾਣੀਏ ਦੀ ਹੱਟੀ ਅੰਦਰ ਵੜ ਗਿਆ ਤੇ ਅਨਾਜ ਦੇ ਢੇਰ ਵਿੱਚੋਂ ਮੂੰਹ ਪਾ ਕੇ ਖਾਣ ਹੀ ਲੱਗਾ। ਬੱਕਰੇ ਨੇ ਮਸਾਂ ਇੱਕ ਦੋ ਬੁਰਕ ਹੀ ਮਾਰੇ ਹੋਣਗੇ ਕਿ ਬਾਣੀਏ ਨੇ ਛੇਤੀ ਨਾਲ ਉਸ ਦਾ ਮੂੰਹ ਟੱਡ ਕੇ ਅਨਾਜ ਦਾ ਫੱਕਾ ਉਸ ਦੇ ਮੂੰਹ ਵਿੱਚੋਂ ਕੱਢ ਲਿਆ ਤੇ ਗਰਦਨ ਮਰੋੜ ਕੇ ਬੱਕਰਾ ਕਸਾਈ ਨੂੰ ਫੜਾ ਦਿੱਤਾ। ਉਸਨੇ ਛੁਰੀ ਨਾਲ ਗਲਾ ਵੱਢ ਕੇ ਮਾਰ ਮੁਕਾਇਆ ਤੇ ਵੇਚਣ ਲਈ ਟੰਗ ਦਿੱਤਾ। ਇਸ ਕੌਤਕ ਨੂੰ ਵੇਖ ਕੇ ਨਾਰਦ ਜੀ ਨੇ ਠੰਡਾ ਸਾਹ ਲੈ ਕੇ ਹੌਕਾ ਭਰਿਆ। ਦੂਜੇ ਅੰਗ ਰਿਸ਼ੀ ਹੈਰਾਨ ਹੋ ਕੇ ਆਖਿਆ, ਸੁਆਮੀ ਨਾਰਦ ਜੀ ਆਪ ਤਾਂ ਹਰ ਸੋਗ ਤੋਂ ਰਹਿਤ ਹੋ। ਇਸ ਤਰ੍ਹਾਂ ਨਾਲ ਕਈ ਜੰਮਦੇ ਕਈ ਮਰਦੇ ਤੁਸੀਂ ਨਿਤ ਵੇਖਦੇ ਰਹਿੰਦੇ ਹੋ। ਸੰਸਾਰ ਦਾ ਪ੍ਰਵਾਹ ਐਸਾ ਚੱਲਿਆ ਪਿਆ ਹੈ, ਫਿਰ ਆਪਨੇ ਹੌਕਾ ਕਿਉਂ ਭਰਿਆ? ਨਾਰਦ ਜੀ ਨੇ ਦੱਸਿਆ ਕਿ ਇਹ ਬਾਣੀਆ ਪੁੱਤਰ ਹੈ ਤੇ ਬੱਕਰਾ ਕੁਝ ਸਾਲ ਪਹਿਲਾਂ ਇਸ ਦਾ ਪਿਤਾ ਸੀ। ਕਰਮ ਵਸ ਬੱਕਰੇ ਦੀ ਚੂਨੀ ਪਿਆ ਹੈ। ਇਸ ਕਸਾਈ ਦਾ ਵੀ ਕੁਝ ਲੇਖਾ ਜੋਖਾ ਸੀ। ਇਸ ਨੇ ਇਸ ਦੇ ਮਾਸ ਦੀ ਖੱਟੀ ਵਿੱਚੋਂ ਮੁਕਾਉਣਾ ਹੈ। ਬੱਕਰਾ ਆਪਣੀ ਦੁਕਾਨ ਦੇਖ ਕੇ ਉਛਲ ਪਿਆ। ਕਸਾਈ ਦੇ ਹੱਥੋਂ ਛੁੱਟ ਕੇ ਅੰਦਰ ਆ ਕੇ ਖਾਣ ਹੀ ਲੱਗਾ ਸੀ, ਕਿਉਂਕਿ ਸਾਰਾ ਹੱਟ ਭਰਿਆ ਛੱਡ ਕੇ ਇਹ ਮਰਿਆ ਸੀ। ਪਰ ਇਸ ਦੇ ਪੁੱਤਰ ਨੇ ਹੱਟ ਤਾਂ ਸਾਂਭ ਲਿਆ ਹੈ ਤੇ ਪਿਓ ਨੂੰ 4 ਦਾਣੇ ਵੀ ਇੱਥੋਂ ਖਾਣੇ ਨਸੀਬ ਨਹੀਂ ਹੋਏ। ਇਹ ਦੇਖ ਕੇ ਹੌਕਾ ਭਰਿਆ ਹੈ। ਨਾਰਦ ਮੁਨੀ ਨੇ ਇਹ ਵੀ ਦੱਸਿਆ ਕਿ ਇਸ ਦੇ ਘਰ ਪਹਿਲੇ ਕੋਈ ਸੰਤਾਨ ਨਹੀਂ ਸੀ। ਪੀਰਾਂ ਫਕੀਰਾਂ ਦੀਆਂ ਅਸੀਸਾਂ ਆਸਾਂ ਪਾ ਕੇ ਬੜੇ ਯਤਨਾਂ ਨਾਲ ਬੁੱਢੀ ਉਮਰੇ ਇਸ ਦੇ ਘਰ ਇਹ ਪੁੱਤਰ ਹੋਇਆ ਸੀ, ਜਿਸ ਨੇ ਆਪਣੇ ਪਿਤਾ ਨੂੰ 4 ਦਾਣਿਆਂ ਪਿੱਛੇ ਗਰਦਨ ਮਰੋੜ ਕੇ ਕਸਾਈ ਦੇ ਹਵਾਲੇ ਕਰ ਦਿੱਤਾ ਤੇ ਕਸਾਈ ਦੇ ਹੱਥ ਫੜਾ ਆਇਆ। ਨਾਰਦ ਜੀ ਨੇ ਆਖਿਆ ਕਿ ਇਹ ਸਾਰੇ ਜਗਤ ਦੀ ਇਹੋ ਰੀਤ ਹੈ। ਮਤਲਬ ਦੇ ਸਾਰੇ ਸਾਥੀ ਹਨ ਤੇ ਆਪਣੇ ਆਪਣੇ ਸਵਾਰਥ ਸਿੱਧੀ ਲਈ ਇੱਕ ਦੂਜੇ ਨੂੰ ਪਿਆਰ ਕਰਦੇ ਹਨ। ਬਿਨਾਂ ਮਤਲਬ ਦੇ ਕੋਈ ਕਿਸੇ ਦਾ ਨਹੀਂ। ਪ੍ਰਭੂ ਦੀ ਮਾਇਆ ਦਾ ਭੇਤ ਨਹੀਂ ਪਤਾ ਚੱਲਦਾ। ਕਿਤਨੀ ਬੇਅੰਤ ਹੈ। ਬਾਣੀਏ ਨੂੰ ਸਮਝ ਹੁੰਦੀ ਤਾਂ ਐਸਾ ਨਾ ਕਰਦਾ, ਪਰ ਪ੍ਰਭੂ ਨੇ ਆਪਣੀ ਮਾਇਆ ਲੋਕਾਂ ਦੀ ਸਮਝ ਤੋਂ ਪਰੇ ਵਰਤਾ ਰੱਖੀ ਹੈ। ਬਾਬਾ ਸ਼੍ਰੀ ਚੰਦ ਜੀ ਦੀ ਜ਼ੁਬਾਨੀ ਇਹ ਕਥਾ ਸੁਣ ਕੇ ਸਾਰੀ ਸੰਗਤ
ਵੈਰਾਗ ਨਾਲ ਭਰ ਗਈ ਤੇ ਬਾਬਾ ਜੀ ਆਪ ਵੀ ਵੈਰਾਗ ਚਿੱਤ ਹੋ ਕੇ ਭੋਗ ਪਾ ਕੇ ਘਰ ਨੂੰ ਚਲੇ ਗਏ। ਧਰਮਸ਼ਾਲ ਵਿੱਚ ਆਇਆ ਸਤਸੰਗੀਆਂ ਪਾਸੋਂ ਬਾਬਾ ਸ਼੍ਰੀ ਚੰਦ ਜੀ ਪਹਿਲਾਂ ਸਿਮਰਨ ਕਰਾ ਕੇ ਫਿਰ ਕਥਾ ਦਾ ਪ੍ਰਸੰਗ ਸੁਣਾਇਆ ਕਰਦੇ ਸਨ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ